ਵੀਡੀਓ ਵੇਖਣ ਵਾਲੇ ਸਭੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਮਮਤਾ ਗੁਲਾਟੀ ਹੈ ਅਤੇ ਮੈਂ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪਟਿਆਲਾ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੀ ਹਾਂ। ਅੱਜ ਮੈਂ ਇਸ ਵੀਡੀਓ ਰਾਹੀਂ ਸਭ ਨੂੰ ਇੱਕ ਅਜਿਹੇ ਸੈਲੈਸਟੀਅਲ ਇਵੈਂਟ ਬਾਰੇ ਦੱਸਣਾ ਚਾਹੁੰਦੀ ਹਾਂ ਜਿਸ ਦਾ ਨਾਂ ਹੈ ਗ੍ਰੇਟ ਕੰਜੰਕਸ਼ਨ। ਗ੍ਰੇਟ ਕੰਜੰਕਸ਼ਨ ਤੋਂ ਮੇਰਾ ਭਾਵ ਇਹ ਹੈ ਕਿ ਜੇਕਰ ਅਸੀਂ ਆਪਣੇ ਰਾਤ ਦੇ ਆਸਮਾਨ ਵਿੱਚ, ਜੋ ਕਿ ਸੂਰਜ ਢਲਣ ਤੋਂ ਬਾਅਦ ਦਾ ਸਮਾਂ ਹੈ, ਉਸ ਵੇਲੇ ਸਾਊਥ ਵੈਸਟ ਯਾਨੀ ਕਿ ਦੱਖਣ ਪੱਛਮੀ ਦਿਸ਼ਾ ਵਿੱਚ ਵੇਖਾਂਗੇ ਤੇ ਸਾਨੂੰ ਜੁਪੀਟਰ ਤੇ ਸੈਟਰਨ ਯਾਨੀ ਕਿ ਬ੍ਰਹਸਪਤੀ ਤੇ ਸ਼ਨੀ ਦੋਵੇਂ ਗ੍ਰਹਿ ਇੱਕ ਦੂਸਰੇ ਦੇ ਬਹੁਤ ਹੀ ਨੇੜੇ ਨਜ਼ਰ ਆਉਣਗੇ। ਇਸ ਵੇਲੇ ਇਹਨਾਂ ਦੋਹਾਂ ਗ੍ਰਹਾਂ ਦੀ ਦੂਰੀ ਤਕਰੀਬਨ 1 ਡਿਗਰੀ ਯਾਨੀ ਕਿ ਅਸਮਾਨ ਵਿੱਚ ਇਹ ਦੋਵੇਂ ਗ੍ਰਹਿ 1 ਡਿਗਰੀ ਦਾ ਐਂਗਲ ਬਣਾਉਂਦੇ ਹੋਏ ਨਜ਼ਰ ਆਉਣਗੇ। ਇਹਨਾਂ ਦੋਹਾਂ ਗ੍ਰਹਾਂ ਦਾ ਇੱਕ ਦੂਸਰੇ ਦੇ ਇੰਨਾ ਨੇੜੇ ਹੋਣ ਦਾ ਕਾਰਨ ਇਹ ਹੈ ਕਿ ਸਾਡੇ ਸੂਰਜ ਮੰਡਲ ਦੇ ਸਾਰੇ ਗ੍ਰਹਿ ਇੱਕ ਦੂਸਰੇ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੇ ਹਨ ਅਤੇ ਇਹਨਾਂ ਔਰਬਿਟਸ, ਜੋ ਕਿ ਇਹਨਾਂ ਦਾ ਰਾਹ ਹੈ ਸੂਰਜ ਦੇ ਆਲੇ ਦੁਆਲੇ ਘੁੰਮਣ ਦਾ, ਉਹ ਇੱਕ ਦੂਸਰੇ ਨਾਲ ਕਿਸੇ ਐਂਗਲ ਤੇ ਇਨਕਲਾਈਨਡ ਹਨ। ਜਦੋਂ ਧਰਤੀ, ਬ੍ਰਹਸਪਤੀ ਅਤੇ ਸ਼ਨੀ ਇੱਕ ਦੂਸਰੇ ਦੇ ਨਾਲ ਇੱਕ ਸਿੱਧੀ ਲਕੀਰ ਵਿੱਚ ਆ ਜਾਂਦੇ ਹਨ, ਉਸ ਵੇਲੇ ਸਾਨੂੰ ਅਸਮਾਨ ਵਿੱਚ ਇਹ ਦੋ ਗ੍ਰਹਿ ਦੇਖਣ ਲੱਗੇ ਅਜਿਹਾ ਬਤੀਤ ਹੁੰਦਾ ਹੈ ਕਿ ਇਹ ਦੋਨੋਂ ਇੱਕ ਦੂਸਰੇ ਦੇ ਬਹੁਤ ਹੀ ਨੇੜੇ ਹਨ। ਇਸ ਨੂੰ ਅਸੀਂ ਗ੍ਰੇਟ ਕੰਜੰਕਸ਼ਨ ਆਖਦੇ ਹਾਂ। ਇਹ ਗ੍ਰੇਟ ਕੰਜੰਕਸ਼ਨ ਇਸ ਸਾਲ 21 ਦਸੰਬਰ 2020 ਨੂੰ ਦੇਖਣ ਨੂੰ ਮਿਲੂਗਾ। ਅਮੂਮਨ ਤੌਰ ਤੇ ਇਹ ਗ੍ਰਹਿ ਅਰਥ, ਜੁਪੀਟਰ ਤੇ ਸੈਟਰਨ ਇੱਕ ਦੂਸਰੇ ਦੇ ਨਾਲ ਸਿੱਧੀ ਲਕੀਰ ਵਿੱਚ ਤਕਰੀਬਨ 20 ਸਾਲਾਂ ਬਾਅਦ ਦੇਖਣ ਨੂੰ ਮਿਲਦੇ ਹਨ। ਪਰ ਇਸ ਵੇਲੇ, ਜੋ ਕਿ 21 ਦਸੰਬਰ ਦਾ ਦਿਹਾੜਾ ਹੈ, ਉਸ ਦਿਨ ਇਹ ਦੋਨੋਂ ਪਲੈਨਟ ਇੱਕ ਦੂਸਰੇ ਦੇ, ਜੁਪੀਟਰ ਅਤੇ ਸੈਟਰਨ ਇੱਕ ਦੂਸਰੇ ਦੇ ਬਹੁਤ ਹੀ ਨਜ਼ਦੀਕ ਵਿਖਣਗੇ, ਜੋ ਕਿ ਕੇਵਲ 1/10 ਡਿਗਰੀ ਹੈ। ਤੇ ਇਹ ਅਜਿਹਾ ਇਵੈਂਟ ਅਖੀਰਲੀ ਵਾਰ ਤਕਰੀਬ 1226 ਵਿੱਚ ਦੇਖਣ ਨੂੰ ਮਿਲਿਆ ਸੀ, ਜੋ ਕਿ ਅੱਜ ਤੋਂ 800 ਸਾਲ ਪਹਿਲਾਂ ਦਾ ਦਿਹਾੜਾ ਹੈ, ਜਿਸ ਵੇਲੇ ਅਸੀਂ ਦੂਰਬੀਨ ਬਾਰੇ ਕੁਝ ਨਹੀਂ ਸੀ ਜਾਣਦੇ। ਅਸੀਂ ਇਹਨਾਂ ਦੋ ਗ੍ਰਹਾਂ ਨੂੰ ਅਸਮਾਨ ਵਿੱਚ ਇੱਕ ਦੂਸਰੇ ਤੋਂ ਦੂਰ ਜਾਂਦੇ ਹੋਏ ਇਸ ਤਰ੍ਹਾਂ ਸੇ ਦੇਖ ਰਹੇ ਹਾਂ। ਤਕਰੀਬਨ 2 ਮਹੀਨੇ ਪਹਿਲਾਂ, ਜੋ ਕਿ 2 ਅਕਤੂਬਰ 2020 ਦਾ ਦਿਹਾੜਾ ਸੀ, ਉਸ ਵੇਲੇ ਇਹ ਦੋਵੇਂ ਗ੍ਰਹਿ ਆਪਸ ਵਿੱਚ ਤਕਰੀਬਨ 7 ਡਿਗਰੀ ਦੀ ਦੂਰੀ ਤੇ ਸਨ ਅਤੇ ਇਹ ਦੋਨੋਂ ਹੌਲੇ-ਹੌਲੇ ਇੱਕ ਦੂਸਰੇ ਦੇ ਨੇੜੇ ਆਉਂਦੇ ਦਿਖ ਰਹੇ ਹਨ। ਤਕਰੀਬਨ 10 ਦਸੰਬਰ ਦੇ ਦਿਹਾੜੇ ਤੇ ਇਹ ਦੋਨੋਂ ਇੱਕ ਦੂਸਰੇ ਤੋਂ 1 ਡਿਗਰੀ ਦੀ ਦੂਰੀ ਤੇ ਦਿਖਣਗੇ ਅਤੇ 21 ਦਸੰਬਰ ਤੱਕ ਪਹੁੰਚਦੇ ਇਹ ਦੋਨੋਂ ਇੱਕ ਦੂਸਰੇ ਦੇ 1/10 ਡਿਗਰੀ ਦੇ ਤੋਂ ਵੀ ਨੇੜੇ ਦਿਖਣਗੇ। ਅਜਿਹੇ ਇਵੈਂਟ ਨੂੰ ਅਸੀਂ ਡਬਲ ਪਲੈਨਟ ਫਾਰਮੇਸ਼ਨ ਵੀ ਆਖਦੇ ਹਾਂ। ਮੁਮਕਿਨ ਹੈ ਕਿ ਇਹ ਦੋਨੋਂ ਅਸੀਂ ਅਲੱਗ-ਅਲੱਗ ਆਪਣੀਆਂ ਅੱਖਾਂ ਨਾਲ ਨਾ ਦੇਖ ਸਕੀਏ, ਪਰ ਅਸੀਂ ਇਹਨਾਂ ਨੂੰ ਬਾਇਨੋਕੂਲਰਸ ਜਾਂ ਫਿਰ ਦੂਰਬੀਨ ਰਾਹੀਂ ਇੱਕ ਦੂਸਰੇ ਤੋਂ ਵੱਖ-ਵੱਖ ਦੇਖ ਸਕਦੇ ਹਾਂ, ਪਰ ਬਹੁਤ ਨੇੜੇ-ਨੇੜੇ। ਜੇਕਰ ਅਸੀਂ ਇਹਨਾਂ ਦੋਨਾਂ ਦੇ ਵਿਚਕਾਰਲੀ ਦੂਰੀ ਨੂੰ ਚੰਦਰਮਾ ਦੇ ਆਕਾਰ ਦੇ ਨਾਲ ਕੰਪੇਅਰ ਕਰੀਏ ਤਾਂ ਚੰਦਰਮਾ ਦੇ ਆਕਾਰ ਦੇ 1/5, ਚੰਦਰਮਾ ਦੇ ਡਾਇਆਮੀਟਰ ਦੇ 1/5 ਦੀ ਦੂਰੀ ਤੇ ਇਹ ਦੋਨੋਂ ਗ੍ਰਹਿ 21 ਦਸੰਬਰ 2020 ਨੂੰ ਦਿਖਣਗੇ। ਅਸੀਂ ਇਹਨਾਂ ਦੋਹਾਂ ਗ੍ਰਹਿਆਂ ਦੀ ਆਪਸ ਵਿੱਚ ਦੂਰੀ ਨੂੰ ਮਾਪ ਵੀ ਸਕਦੇ ਹਾਂ, ਜਿਸ ਨੂੰ ਮਾਪਣ ਲਈ ਸਾਨੂੰ ਮਨਾ ਯੰਤਰ ਦੀ ਲੋੜ ਪਏਗੀ। ਇਹ ਮਨਾ ਯੰਤਰ ਨੂੰ ਬਣਾਉਣ ਵਾਲੇ ਪੁਰਖ ਦਾ ਨਾਂ ਪਠਾਨੀ ਸਮੰਥਾ ਚੰਦਰਸ਼ੇਖਰ ਹੈ। ਇਹ 19ਵੀਂ ਸਦੀ ਦੇ ਵਧੇਰੇ ਮਸ਼ਹੂਰ ਪੋਜੀਸ਼ਨਲ ਐਸਟ੍ਰੋਨੋਮਰ ਹਨ। ਇਹਨਾਂ ਨੇ ਅਸਮਾਨ ਵਿੱਚ
ਗ੍ਰਹਿਾਂ ਦੀ ਆਪਸ ਵਿੱਚ ਦੂਰੀ, ਗ੍ਰਹਿਾਂ ਦਾ ਮਾਪ ਅਤੇ ਸਿਤਾਰਿਆਂ ਦੀ ਆਪਸ ਵਿੱਚ ਦੂਰੀ ਨੂੰ ਮਾਪਿਆ ਸੀ। ਇਸ ਨੂੰ ਅੰਗਰੇਜ਼ੀ ਵਿੱਚ ਇਸ ਔਜ਼ਾਰ ਨੂੰ ਅਸੀਂ ਅੰਗਰੇਜ਼ੀ ਵਿੱਚ ਕ੍ਰੋਸ ਸ਼ਾਫਟ ਦੇ ਨਾਮ ਤੋਂ ਵੀ ਜਾਣਦੇ ਹਾਂ। ਇਸ ਨੂੰ ਬਣਾਉਣਾ ਘਰੇ ਵੀ ਬਹੁਤ ਆਸਾਨ ਹੈ ਅਤੇ ਉਸ ਲਈ ਸਾਨੂੰ ਦੋ ਪਰਪੈਂਡੀਕੂਲਰ ਡੰਡੀਆਂ ਦੀ ਜ਼ਰੂਰਤ ਪਏਗੀ। ਦੋਨਾਂ ਡੰਡੀਆਂ ਨੂੰ ਅਸੀਂ ਇਸ ਤਰ੍ਹਾਂ ਸੇ ਇੱਕ ਸਕੇਲ ਵੀ ਜੋੜ ਸਕਦੇ ਹਾਂ ਅਤੇ ਇੱਕ ਪਾਸੇ ਪਰਪੈਂਡੀਕੂਲਰ ਡੰਡੀ ਦੇ ਉੱਤੇ ਅਸੀਂ ਮੂਵੇਬਲ ਪਲੇਟਾਂ ਲਗਾਉਣੀਆਂ ਹਨ। ਇਹਨਾਂ ਮੂਵੇਬਲ ਪਲੇਟਾਂ ਜਾਂ ਕਿ ਗੱਤਿਆਂ ਵਿੱਚ ਅਸੀਂ ਦੋ ਛੋਟੇ ਮੋਹਰੇ ਕਰਨੇ ਹਨ, ਜਿਨ੍ਹਾਂ ਰਾਹੀਂ ਅਸੀਂ ਦੋ ਪਲੈਨਟਸ ਜਾਂ ਕਿ ਦੋ ਤਾਰੇ ਜਿਨ੍ਹਾਂ ਦੇ ਵਿੱਚ ਦਾ ਡਿਸਟੈਂਸ ਅਸੀਂ ਮਾਪਣਾ ਚਾਹੁੰਦੇ ਹਾਂ ਉਹਨਾਂ ਨੂੰ ਦੇਖਾਂਗੇ। ਜਿਵੇਂ ਕਿ ਇਸ ਪਹਿਲੇ ਮੋਹਰੇ 'ਚੋਂ ਅਸੀਂ ਸੈਟਰਨ ਅਤੇ ਦੂਸਰੇ ਮੋਹਰੇ 'ਚੋਂ ਅਸੀਂ ਜੁਪੀਟਰ ਨੂੰ ਦੇਖਾਂਗੇ। ਜਦੋਂ ਅਸੀਂ ਇਸ ਨੂੰ ਦੇਖ ਰਹੇ ਹਾਂ ਸਾਡੀ ਪੋਜੀਸ਼ਨ ਕੁਝ ਇਸ ਤਰ੍ਹਾਂ ਸੇ ਬਣੇਗੀ ਤੇ ਬਹੁਤ ਹੀ ਸਿੰਪਲ ਟ੍ਰਿਗਨੋਮੈਟਰੀ ਨਾਲ ਅਸੀਂ ਇਹਨਾਂ ਦੇ ਵਿਚਕਾਰਲਾ ਐਂਗੂਲਰ ਡਿਸਟੈਂਸ ਮਾਪ ਸਕਦੇ ਹਾਂ। 2a ਇਸ ਫਿਗਰ ਵਿੱਚ 2a ਜੋ ਕਿ ਹੈ ਡਿਸਟੈਂਸ, ਉਹ ਇਹਨਾਂ ਦੋ ਪਲੇਟਾਂ ਦੇ ਵਿੱਚ ਦਾ ਡਿਸਟੈਂਸ ਰਹੇਗਾ ਜਦੋਂ ਕਿ ਇਹਨਾਂ ਦੋਨਾਂ ਮੋਹਰਿਆਂ 'ਚੋਂ ਅਸੀਂ ਆਪਣੇ ਦੋ ਗ੍ਰਹਿ ਦੇਖ ਰਹੇ ਹੋਵਾਂਗੇ। ਉਸ ਤੋਂ ਬਾਅਦ b ਡਿਸਟੈਂਸ ਜੋ ਕਿ ਹੈ ਉਹ ਸਾਡੀ ਇਸ ਅੱਖ ਤੋਂ ਲੈ ਕੇ ਇਸ ਦੂਸਰੀ ਪਰਪੈਂਡੀਕੂਲਰ ਲਾਈਨ ਦੇ ਵਿੱਚ ਦਾ ਡਿਸਟੈਂਸ ਰਹੇਗਾ। ਉਸ ਤੋਂ ਬਾਅਦ ਅਸੀਂ ਬਹੁਤ ਹੀ ਸਿੰਪਲ ਟ੍ਰਿਗਨੋਮੈਟਰੀ ਦੇ ਟੈਨ ਫਾਰਮੂਲੇ ਨਾਲ ਇਹ ਐਂਗਲ ਨੂੰ ਮਾਪ ਸਕਦੇ ਹਾਂ ਅਤੇ ਜੋ ਕਿ ਸਾਨੂੰ ਕਿ ਦੋਨੋਂ ਗ੍ਰਹਿਾਂ ਦੇ ਵਿੱਚ ਦਾ ਐਂਗੂਲਰ ਡਿਸਟੈਂਸ ਦੇਵੇਗਾ, ਜੋ ਕਿ ਇਸ ਫਿਗਰ ਵਿੱਚ ਵੀ ਦਿਖਾਇਆ ਗਿਆ ਹੈ। ਇਹ ਐਂਗੂਲਰ ਡਿਸਟੈਂਸ ਕੁਝ ਇਸ ਤਰ੍ਹਾਂ ਸੇ ਜੇਕਰ ਅਸੀਂ ਤਾਰੀਖਾਂ ਦੇ ਨਾਲ ਪਲਾਟ ਕਰਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਸੇ ਨਜ਼ਰ ਆਉਣਗੇ, ਜਿਸ ਨੂੰ ਅਸੀਂ ਹਾਕੀ ਸਟਿਕ ਡਾਇਗਰਾਮ ਵੀ ਆਖਦੇ ਹਾਂ। ਇਸ ਔਜ਼ਾਰ ਨੂੰ ਜੋ ਕਿ ਅਸੀਂ ਇਸ ਫਿਗਰ ਵਿੱਚ ਦਿਖਾ ਰਹੇ ਹਾਂ ਬਣਾਉਣ ਵਾਲੇ ਸ਼ਖਸ ਦਾ ਨਾਮ ਹੈ ਐਨ ਭਾਰਤ ਅਤੇ ਇਹ ਔਜ਼ਾਰ ਕੁਝ ਇਸ ਤਰ੍ਹਾਂ ਸੇ ਦਿੱਲੀ ਦੇ ਨਹਿਰੂ ਪਲੈਨੇਟੇਰੀਅਮ ਵਿਖੇ ਵੀ ਬਣਾਇਆ ਗਿਆ ਹੈ ਤੇ ਅਸੀਂ ਇਸ ਨੂੰ ਬੜੇ ਹੀ ਸਿੰਪਲ ਤਰੀਕੇ ਨਾਲ ਆਪਣੇ ਘਰ ਵਿੱਚ ਮੌਜੂਦ ਚੀਜ਼ਾਂ ਨਾਲ ਵੀ ਬਣਾ ਸਕਦੇ ਹਾਂ। ਇੰਡੀਅਨ ਐਸਟਰੋਨੋਮਿਕਲ ਸੁਸਾਇਟੀ ਦੇ ਸਹਿਯੋਗ ਨਾਲ ਕੁਝ ਯੂਨੀਵਰਸਿਟੀਜ਼ ਤੇ ਰਿਸਰਚ ਇੰਸਟੀਚਿਊਟਸ ਨੇ ਮਿਲ ਕੇ ਇਸ ਦਿਹਾੜੇ ਨੂੰ ਮਨਾਉਣ ਲਈ ਸਮੰਤਾ ਚੰਦਰਸ਼ੇਖਰ ਚੁਣੌਤੀ ਦਾ ਆਯੋਜਨ ਕੀਤਾ ਹੈ। ਇਹ ਚੁਣੌਤੀ ਅਸੀਂ ਸਮੰਤਾ ਚੰਦਰਸ਼ੇਖਰ ਦੇ ਨਾਮ ਤੇ ਨੂੰ ਡੈਡੀਕੇਟ ਕੀਤੀ ਹੈ, ਜਿਸ ਵਿੱਚ ਅਸੀਂ ਸਕੂਲੀ ਵਿਦਿਆਰਥੀ, ਕਾਲਜ ਦੇ ਵਿਦਿਆਰਥੀ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਆਮੰਤਰਿਤ ਕਰ ਰਹੇ ਹਾਂ ਜੋ ਕਿ ਇਸ ਕ੍ਰੋਸ ਸ਼ੈਫਟ ਨੂੰ ਆਪਣੇ ਘਰਾਂ ਵਿੱਚ ਬਣਾ ਸਕਦੇ ਹਨ ਅਤੇ ਸੈਟਰਨ ਤੇ ਜੁਪੀਟਰ ਦੇ ਵਿਚਕਾਰਲਾ ਐਂਗੂਲਰ ਡਿਸਟੈਂਸ ਨੂੰ ਇਸ ਤਰ੍ਹਾਂ ਸੇ ਕੁਝ ਹਾਕੀ ਸਟਿਕ ਡਾਇਗਰਾਮ ਦੇ ਰਾਹੀਂ ਪਲਾਟ ਕਰ ਸਕਦੇ ਹਨ। ਤੇ ਇਹ ਸ਼ਾਫਟ ਬਣਾਉਣ ਦੀ ਜਾਣਕਾਰੀ ਤੁਹਾਨੂੰ ਇਸ ਡਾਕੂਮੈਂਟ ਵਿੱਚ ਮਿਲ ਸਕਦੀ ਹੈ ਤੇ ਆਪਣੀਆਂ ਐਂਟਰੀਜ਼ ਤੁਸੀਂ nehruplανetarium@gmail.com ਤੇ ਸਾਨੂੰ ਭੇਜ ਸਕਦੇ ਹੋ। ਅਸੀਂ ਸਾਰੇ ਸਰੋਤਾਵਾਂ ਨੂੰ ਇਹ ਦਰਖਾਸਤ ਕਰਾਂਗੇ ਕਿ ਇਸ ਚੈਲੰਜ ਵਿੱਚ, ਇਸ ਚੁਣੌਤੀ ਵਿੱਚ ਵੱਧ ਤੋਂ ਵੱਧ बढ़ चढ़ के हिस्सा लैन ਅਤੇ ਇਸ ਸੈਲੈਸਟੀਅਲ ਇਵੈਂਟ ਦਾ ਭਰਪੂਰ ਮਜ਼ਾ ਉਠਾਉਣ। ਧੰਨਵਾਦ।